देखो सुनो ਸਾਹਿਤ ਪਾਠ। ਨਾਨਕ ਸਿੰਘ ਦੁਆਰਾ ਰਚਿਤ ਨਾਵਲ ਇੱਕ ਮਿਆਨ ਦੋ ਤਲਵਾਰਾਂ। ਤੀਜੇ ਭਾਗ ਦਾ ਇਹ 26ਵਾਂ ਕਾਂਡ। ਉਂਝ ਤਾਂ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਜੰਗ ਦੇ ਸਰਵਨਾਸ਼ੀ ਭੱਠ ਵਿੱਚ ਝੁਕਣਾ ਪਿਆ, ਪਰ ਜਿਸ ਬੁਰੀ ਤਰ੍ਹਾਂ ਭਾਰਤ ਦਾ ਅੰਗ ਅੰਗ ਇਸ ਅੱਗ ਵਿੱਚ ਝੁਲਸ ਰਿਹਾ ਸੀ, ਇਸ ਦੀ ਮਿਸਾਲ ਸ਼ਾਇਦ ਹੀ ਹੋਰ ਕਿਤੇ ਮਿਲੇ। ਫਿਰ ਵਾਧੇ ਦੀ ਗੱਲ ਇਹ ਹੈ ਕਿ ਇਸ ਅਭਾਗੇ ਦੇਸ਼ ਨੂੰ ਗੁਨਾਹ ਬੇਲਜ਼ਤ ਦੇ ਤੌਰ ਤੇ ਬਲਦੀ ਦਾ ਬੁੱਥਾ ਬਣਨਾ ਪਿਆ, ਜਦਕਿ ਯੂਰਪ ਦੀ ਲੜਾਈ ਨਾਲ ਇਸ ਦਾ ਦੂਰ ਦਾ ਵੀ ਰਿਸ਼ਤਾ ਨਹੀਂ ਸੀ। ਜਿਸ ਬੇਦਰੇਗੀ ਨਾਲ ਇੱਥੋਂ ਦੇ ਖਾਸ ਕਰਕੇ ਪੰਜਾਬ ਦੇ ਗੱਭਰੂਆਂ ਨੂੰ ਹੂੰਝ ਕੇ ਜੰਗੀ ਰਾਖਸ਼ ਦੇ ਮੂੰਹ ਵਿੱਚ ਦਿੱਤਾ ਜਾ ਰਿਹਾ ਸੀ, ਇਸ ਦਾ ਅਨੁਮਾਨ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜੰਗ ਦੇ ਪਹਿਲੇ ਹੀ ਸਾਲ 1914-15 ਵਿੱਚ ਇਕੱਲੇ ਪੰਜਾਬ ਵਿੱਚੋਂ 3.5 ਲੱਖ ਜਵਾਨ ਭਰਤੀ ਕਰਕੇ ਲੜਾਈ ਵਿੱਚ ਭੇਜੇ ਗਏ ਤੇ ਜਿਸ ਖੁੱਲ੍ਹਦਿਲੀ ਨਾਲ ਇੱਥੋਂ ਦੀ ਦੌਲਤ ਦੀ ਉਸ ਹਵਨ ਕੁੰਡ ਵਿੱਚ ਆਹੁਤੀ ਦਿੱਤੀ ਗਈ, ਜਿਸ ਦਾ ਅੰਕੜਾ ਕਰੋੜਾਂ ਨੂੰ ਟੱਪ ਕੇ ਅਰਬਾਂ ਤੱਕ ਜਾ ਪਹੁੰਚਿਆ ਸੀ। ਨਤੀਜੇ ਵਜੋਂ ਸਾਡਾ ਦੇਸ਼ ਕੱਖੋਂ ਹੌਲਾ ਪਾਣੀਓਂ ਪਤਲਾ ਹੋ ਕੇ ਰਹਿ ਗਿਆ। ਇੱਥੇ ਜੇ ਕੁਝ ਬਚਿਆ ਤਾਂ ਲੱਕ ਤੋੜਵੀਂ ਮਹਿੰਗਾਈ, ਹਰ ਲੋੜੀਂਦੀ ਚੀਜ਼ ਦਾ ਅਭਾਵ ਤੇ ਘਰ ਘਰ ਵਿੱਚ ਵਿਧਵਾਵਾਂ ਤੇ ਯਤੀਮਾਂ ਦੀ ਹਾਹਾਕਾਰ। ਹਿੰਦੀ ਭਾਵੇਂ ਬੇਵਸ ਸਨ, ਆਪਣੇ ਆਕਾ ਅੱਗੇ ਜ਼ਬਾਨ ਖੋਲ੍ਹਣ ਦੀ ਜੁਰਤ ਕਿਸੇ ਵਿਰਲੇ ਵਿੱਚ ਹੀ ਸੀ, ਪਰ ਅੰਦਰੋਂ ਹਿੰਦੀਆਂ ਦੇ ਦਿਲ ਛੁੱਟ ਸਰਕਾਰੀ ਪਿੱਠੂਆਂ ਤੋਂ ਅੰਗਰੇਜ਼ਾਂ ਦੀ ਨਫ਼ਰਤ ਨਾਲ ਭਰੇ ਪਏ ਸਨ। ਪੰਜਾਬ ਦੀਆਂ ਮੁਟਿਆਰਾਂ ਜਿੱਥੇ ਰੰਗ ਰੰਗੀਲੇ ਗੀਤ ਗਾਇਆ ਕਰਦੀਆਂ ਸਨ, ਉੱਥੇ ਇਨੀ ਦਿਨੀ ਆਮ ਕੁੜੀਆਂ ਸਵਾਣੀਆਂ ਦੇ ਮੂੰਹੋਂ ਇਸ ਕਿਸਮ ਦੇ ਸੜੇ ਭੁੱਜੇ ਗੀਤ ਸੁਣਾਈ ਦੇਣ ਲੱਗ ਪਏ ਸਨ। ਲੱਗੀ ਲਾਮ ਤੇ ਪੰਜਾਬ ਸੁੰਨਾ ਹੋ ਗਿਆ, ਫਰੰਗੀ ਤੇਰਾ ਕੱਖ ਨਾ ਰਹੇ, ਵੇ ਤੂੰ ਬਸਰੇ ਦਾ ਰਾਹ ਕਾਹਨੂੰ ਖੋਲ੍ਹਿਆ, ਫਰੰਗੀ ਤੇਰੀ ਬੇੜੀ ਡੁੱਬ ਜੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀਆਂ ਨੇ ਦਿਲੋਂ ਮਨੋਂ ਕਦੇ ਵੀ ਅੰਗਰੇਜ਼ਾਂ ਨੂੰ ਪਸੰਦ ਨਹੀਂ ਸੀ ਕੀਤਾ, ਪਰ 1857 ਤੋਂ ਬਾਅਦ ਤਾਂ ਇਹਨਾਂ ਦੇ ਦਿਲਾਂ ਅੰਦਰ ਅੰਗਰੇਜ਼ਾਂ ਦੇ ਵਿਰੁੱਧ ਨਫ਼ਰਤ ਵੀ ਪੈਦਾ ਹੋ ਗਈ ਸੀ। ਭਾਵੇਂ ਕਿ ਡਾਢਿਆਂ ਦਾ ਸੱਤੀ ਵੀਹ ਸੌ ਕਹਾਵਤ ਅਨੁਸਾਰ ਉੱਪਰੋਂ ਹਰ ਕੋਈ ਅੰਗਰੇਜ਼ਾਂ ਦਾ ਵਫਾਦਾਰ ਬਣਿਆ ਹੋਇਆ ਸੀ, ਪਰ ਸਮਾਂ ਜਿਉਂ-ਜਿਉਂ ਬੀਤਦਾ ਗਿਆ, ਭਾਰਤੀਆਂ ਦੇ ਮਨ ਗੁਲਾਮੀ ਦੇ ਆਦੀ ਹੁੰਦੇ ਗਏ। ਫਿਰ ਵੀ ਇਸ ਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਅੰਦਰੋਂ ਉਹ ਜਜ਼ਬਾ ਉੱਕਾ ਹੀ ਮਿਟ ਗਿਆ ਹੋਵੇ। ਸਮੇਂ-ਸਮੇਂ ਜਦੋਂ ਵੀ ਕੋਈ ਇਸ ਕਿਸਮ ਦਾ ਅੰਦੋਲਨ ਸ਼ੁਰੂ ਹੁੰਦਾ, ਇਹ ਅੰਦਰਲਾ ਨਾਸੂਰ ਮੁੜ-ਮੁੜ ਹਿੰਦੀਆਂ ਦੇ ਅੰਦਰ ਚਸਕਾ ਮਾਰਨ ਲੱਗ ਪੈਂਦਾ। ਅਰਵਿੰਦੂ ਘੋਸ਼, ਅਜੀਤ ਸਿੰਘ ਤੇ ਹੋਰ ਇਹੋ ਜਿਹੇ ਅਨੇਕਾਂ ਵਿਅਕਤੀ ਸਮੇਂ-ਸਮੇਂ ਕਿਸੇ ਨਾ ਕਿਸੇ ਕ੍ਰਾਂਤੀਕਾਰੀ ਅੰਦੋਲਨ ਦੀ ਸ਼ਕਲ ਵਿੱਚ ਦੇਸ਼ ਨੂੰ ਟੁੰਬਦੇ ਰਹੇ, ਪਰ ਜ਼ੋਰਾਵਰ ਹਾਕਮਾਂ ਅੱਗੇ ਕਿਸੇ ਦੀ ਵੀ ਪੇਸ਼ ਨਾ ਗਈ। ਕੋਈ ਵੀ ਅੰਦੋਲਨ ਪੂਰੇ ਤੌਰ ਤੇ ਕਾਮਯਾਬ ਨਾ ਹੋਇਆ। ਛੇਕੜ ਦੇਸ਼ਵਾਸੀ ਕ੍ਰਾਂਤੀਕਾਰੀ ਢੰਗ ਨੂੰ ਤਿਆਗ ਕੇ ਸ਼ਾਂਤਮਈ ਦਾ ਹਥਿਆਰ ਫੜ ਕੇ ਮੈਦਾਨ ਵਿੱਚ ਨਿੱਤਰੇ ਤੇ ਇਸ ਪ੍ਰਥਾ ਦਾ ਆਰੰਭ ਹੋਇਆ ਸਨ 1885 ਵਿੱਚ, ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਸੰਸਥਾ ਨੇ ਜਨਮ ਲਿਆ। ਮੁੱਢਲੇ 25-30 ਸਾਲਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਇੱਕ ਨਾਮ ਨਿਹਾਦ ਕਿਸਮ ਦੀ ਹੀ ਰਾਜਸੀ ਸੰਸਥਾ ਰਹੀ, ਜਿਸ ਦੀ ਵਾਗਡੋਰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਸੀ ਜਿਹੜੇ ਹਜ਼ੂਰ ਮਾਈ ਬਾਪ ਉੱਤੇ ਰੱਬ ਜਿੰਨਾ ਵਿਸ਼ਵਾਸ ਰੱਖਦੇ ਸਨ ਤੇ ਜਿਨ੍ਹਾਂ ਦਾ ਕੰਮ ਸੀ ਸਾਲ ਦੇ ਸਾਲ ਕਾਂਗਰਸ ਦੇ ਇਜਲਾਸ ਵਿੱਚ ਇਕੱਠਿਆਂ ਹੋ ਕੇ ਬ੍ਰਿਟਿਸ਼ ਹਕੂਮਤ ਪਾਸੋਂ ਸਰਕਾਰੀ ਨੌਕਰੀਆਂ ਜਾਂ ਹੋਰ ਇਸ ਕਿਸਮ ਦੀਆਂ ਰਿਆਇਤਾਂ ਮੰਗਣੀਆਂ। ਪਰ ਇਤਨੇ ਲੰਮੇ ਸਮੇਂ ਬਾਅਦ ਜਦੋਂ ਕਾਂਗਰਸ ਦਾ ਪੌਦਾ ਦਰਖਤ ਬਣ ਚੁੱਕਿਆ ਸੀ, ਇਸ ਦੇ ਨਰਮ ਖਿਆਲੀਏ ਨੇਤਾਵਾਂ ਵਿੱਚ ਗਰਮ ਖਿਆਲੀਏ ਵੀ ਸ਼ਾਮਲ ਹੋਣ ਲੱਗ ਪਏ, ਜਿਸ ਦੇ ਫਲਸਰੂਪ ਥੋੜੇ ਹੀ ਚਿਰ ਬਾਅਦ ਕਾਂਗਰਸ ਦੀ ਸਟੇਜ ਤੋਂ ਹੋਮ ਰੂਲ ਦਾ ਨਾਰਾ ਸੁਣਾਈ ਦੇਣ ਲੱਗਾ। ਸ਼ੁਰੂ ਵਿੱਚ ਇਹ ਨਾਰਾ ਇੱਕ ਰਸਮੀ ਜਿਹਾ ਨਾਰਾ ਸੀ, ਪਰ ਅੰਗਰੇਜ਼ ਮਾਲਕਾਂ ਲਈ ਇਤਨਾ ਹੀ ਨਾਕਾਬਿਲੇ ਬਰਦਾਸ਼ਤ ਹੋ ਉੱਠਿਆ। ਕਿਕਣ ਉਹ ਸਹਾਰ ਸਕਦੇ ਸਨ ਕਿ ਗੁਲਾਮ ਹਿੰਦੀ ਜਿਹੜੇ ਮੁੱਦਤਾਂ ਤੋਂ ਉਹਨਾਂ ਦਾ ਪਾਣੀ ਢੋਂਦੇ ਚਲੇ ਆ ਰਹੇ ਹਨ, ਖੁਦਸਰ ਹੋ ਕੇ ਹੋਮ ਰੂਲ ਦਾ ਸ਼ਬਦ ਮੂੰਹੋਂ ਕੱਢ ਦੇਣ। ਨਤੀਜੇ ਦੇ ਤੌਰ ਤੇ ਕਾਨੂੰਨੀ ਮਸ਼ੀਨਰੀ ਹਰਕਤ ਵਿੱਚ ਆਈ ਤੇ ਸ਼੍ਰੀਮਤੀ ਐਨੀ ਬੇਸੈਂਟ ਆਦਿ ਕਈ ਲੀਡਰਾਂ ਨੂੰ ਫੜ ਲਿਆ ਗਿਆ, ਜਿਸ ਕਰਕੇ ਦੇਸ਼ ਵਿੱਚ ਐਜੀਟੇਸ਼ਨ ਸ਼ੁਰੂ ਹੋਈ। ਹੁਣ ਹਕੂਮਤ ਕਿਸੇ ਐਸੇ ਕਾਨੂੰਨ ਦੀ ਬਣਤਰ ਬਣਾਉਣ ਵਿੱਚ ਰੁੱਝੀ ਹੋਈ ਸੀ ਜਿਸ ਦੀ ਮਦਦ ਨਾਲ ਅੱਗੇ ਲਈ ਕਿਸੇ ਵੀ ਕਿਸਮ ਦਾ ਰਾਜਨੀਤਿਕ ਅੰਦੋਲਨ ਚਲਾਉਣ ਦੀ ਸੰਭਾਵਨਾ ਨਾ ਰਹੇ, ਪਰ ਉਸ ਦਾ ਇਹ ਕੰਮ ਅਜੇ ਨੇਪਰੇ ਨਹੀਂ ਸੀ ਚੜਿਆ ਕਿ ਯੂਰਪ ਦੀ ਜੰਗ ਛਿੜ ਪਈ, ਜਿਸ ਕਰਕੇ ਕੁਝ ਚਿਰ ਲਈ ਇਸ ਵਿਚਾਰ ਨੂੰ ਮੁਲਤਵੀ ਕਰਨਾ ਪਿਆ ਤੇ ਮੁਲਤਵੀ ਕਰਨ ਦਾ ਕਾਰਨ ਵੀ ਸੀ। ਜੰਗ ਲੱਗ ਜਾਣ ਕਰਕੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ। ਲੜਾਈ ਵਿੱਚ ਬਰਤਾਨੀਆ ਵੀ ਹਿੱਸੇਦਾਰ ਸੀ, ਜਿਸ ਕਰਕੇ ਜੰਗ ਜਿੱਤਣ ਦੀ ਜ਼ਿੰਮੇਵਾਰੀ ਇਸ ਉੱਤੇ ਸਭ ਤੋਂ ਵਧੇਕ ਆ ਪਈ ਤੇ ਜੰਗ ਜਿੱਤਣ ਲਈ ਉਸ ਨੂੰ ਭਾਰਤੀਆਂ ਦੀ ਜ਼ੋਰਦਾਰ ਮਦਦ ਲੋੜੀਂਦੀ ਸੀ। ਕਰੋੜਾਂ ਰੰਗਰੂਟ, ਅਰਬਾਂ ਖਰਬਾਂ ਰੁਪਏ ਤੇ ਜੰਗੀ ਸਮਾਨ ਤਿਆਰ ਕਰਨ ਲਈ
ਲੱਖਾਂ ਕਾਰੀਗਰ ਮਜ਼ਦੂਰ। ਜੇ ਭਾਰਤੀਆਂ ਨਾਲ ਕਿਸੇ ਕਿਸਮ ਦਾ ਵਿਗਾੜ ਪੈਦਾ ਹੋ ਗਿਆ ਤਾਂ ਇਹ ਸਭ ਕੁਝ ਕਿੱਥੋਂ ਆਵੇਗਾ? ਪਰ ਦੂਜੇ ਪਾਸੇ ਜੇ ਹੋਮ ਰੂਲ ਜਾਂ ਇਸ ਕਿਸਮ ਦੇ ਹੋਣ ਵਾਲੇ ਅੰਦੋਲਨ ਦੀ ਪੇਸ਼ਬੰਦੀ ਨਾ ਕੀਤੀ ਗਈ ਤਾਂ ਵੀ ਮੁਸ਼ਕਲ। ਕੀ ਪਤਾ ਅਗਾਂਹ ਜਾ ਕੇ ਇਹੋ ਜਿਹੇ ਅੰਦੋਲਨ ਕਿਹੜੀ ਸ਼ਕਲ ਅਖਤਿਆਰ ਕਰ ਲੈਣ। ਇੱਕ ਪਾਸੇ ਜੰਗ ਦੀ ਬਿਜਲੀ ਸਿਰ ਤੇ ਕੜਕ ਰਹੀ ਸੀ, ਦੂਜੇ ਪਾਸੇ ਹੋਮ ਰੂਲ ਦਾ ਨਾਰਾ ਜ਼ੋਰ ਫੜੀ ਜਾ ਰਿਹਾ ਸੀ। ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲਾ ਹਾਲ ਸੀ ਅੰਗਰੇਜ਼ ਹਕੂਮਤ ਦਾ ਉਸ ਵੇਲੇ। ਨਾ ਤਾਂ ਸਖਤੀ ਕਿੱਤਿਆਂ ਕੰਮ ਸਰਦਾ ਸੀ ਤੇ ਨਾ ਨਰਮੀ ਕਿੱਤਿਆਂ। ਜਿਸ ਜ਼ਮਾਨੇ ਵਿੱਚ ਹਕੂਮਤ ਇਸ ਕਿਸਮ ਦੀ ਉਧੇੜ ਬੁਣ ਵਿੱਚ ਲੱਗੀ ਹੋਈ ਸੀ, ਉਦੋਂ ਹੀ ਦੇਸ਼ ਵਿੱਚ ਇੱਕ ਹੋਰ ਧਮਾਕਾ ਉੱਠਿਆ ਜਿਸ ਨੇ ਅੰਗਰੇਜ਼ਾਂ ਦੀ ਨਿੰਦਰ ਭੁੱਖ ਹਰਾਮ ਕਰ ਦਿੱਤੀ। ਉੱਚਰ ਤੀਕ ਅੰਗਰੇਜ਼ਾਂ ਨੂੰ ਕਾਂਗਰਸ ਪਾਸੋਂ ਜਾਂ ਉਸਦੇ ਹੋਮ ਰੂਲ ਨਾਰੇ ਪਾਸੋਂ ਐਸਾ ਕੋਈ ਵਿਸ਼ੇਸ਼ ਖਤਰਾ ਨਹੀਂ ਸੀ, ਛੁੱਟ ਇਸ ਤੋਂ ਕਿ ਮਤਾ ਅਗਾਂਹ ਜਾ ਕੇ ਦੇਸ਼ ਵਿੱਚ ਬੇਮਤਲਬ ਜਿਹਾ ਕੋਈ ਖਪਖਾਨਾ ਸ਼ੁਰੂ ਹੋ ਜਾਵੇ ਤੇ ਜਿਸ ਦਾ ਇਲਾਜ ਵੀ ਕੋਈ ਐਸਾ ਮੁਸ਼ਕਲ ਨਹੀਂ ਸੀ ਜਾਪਦਾ। ਪਰ ਇਹ ਜਿਹੜਾ ਨਵਾਂ ਧਮਾਕਾ ਉੱਠਿਆ ਗਦਰ ਅੰਦੋਲਨ ਵਾਲਾ, ਇਸਨੇ ਤਾਂ ਇੱਕ ਵਾਰਗੀ ਹਾਕਮਾਂ ਦੇ ਹਵਾਸ ਹੀ ਗੁੰਮ ਕਰ ਦਿੱਤੇ। ਕਾਂਗਰਸ ਵਾਂਗ ਜੇ ਕਦੀ ਗਦਰ ਅੰਦੋਲਨ ਵੀ ਸ਼ਾਂਤਮਈ ਜਾਂ ਪੁਰਅਮਨ ਢੰਗ ਦਾ ਹੁੰਦਾ ਤਾਂ ਸੰਭਵ ਸੀ ਕਿ ਅੰਗਰੇਜ਼ਾਂ ਨੂੰ ਬਹੁਤੀ ਤਸ਼ਵੀਸ਼ ਨਾ ਹੁੰਦੀ। ਪਰ ਇਹ ਤਾਂ ਫੌਜੀ ਗਦਰ ਸੀ। ਜੇ ਸੱਚਮੁੱਚ ਹੀ ਫੌਜੀ ਗਦਰ ਸ਼ੁਰੂ ਹੋ ਜਾਂਦਾ ਤਾਂ ਉਸ ਨੂੰ ਦਬਾਉਣ ਲਈ ਲਾਜ਼ਮੀ ਤੌਰ ਤੇ ਭਰਪੂਰ ਫੌਜੀ ਤਾਕਤ ਵਰਤਣੀ ਪਵੇਗੀ। ਪਰ ਅੰਗਰੇਜ਼ ਲਈ ਵੱਡੀ ਮੁਸ਼ਕਲ ਇਹ ਸੀ ਕਿ ਫੌਜੀ ਤਾਕਤ ਦਾ 2/3 ਹਿੱਸਾ ਲੜਾਈ ਵਿੱਚ ਭੇਜਿਆ ਜਾ ਚੁੱਕਾ ਸੀ, ਜਿਸ ਬਾਰੇ ਵਾਇਸਰਾਏ ਨੇ ਖੁਦ ਇਤਰਾਜ਼ ਕੀਤਾ। ਉਪਰੋਕਤ ਕਿਸਮ ਦੀਆਂ ਪੇਚੀਦਗੀਆਂ ਦੇ ਨਾਲ ਹੀ ਇੱਕ ਹੋਰ ਕਠਿਨਾਈ ਇਹਨਾਂ ਲਈ ਆ ਬਣੀ ਕਿ ਟਰਕੀ ਦੇ ਖਲੀਫੇ ਨਾਲ ਵਿਗਾੜ ਪੈਦਾ ਹੋ ਜਾਣ ਕਰਕੇ ਹਿੰਦ ਦੇ ਮੁਸਲਮਾਨ ਵੀ ਅੰਗਰੇਜ਼ਾਂ ਵੱਲੋਂ ਮੁਤਨਫਰ ਹੋਈ ਜਾ ਰਹੇ ਸਨ। ਉਧਰ ਟਰਕੀ ਦੇ ਲੀਡਰਾਂ ਨੇ ਰਾਸ ਬਿਹਾਰੀ ਨੂੰ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਜਦੋਂ ਹੀ ਗਦਰ ਦਾ ਬਿਗਲ ਵੱਜਿਆ ਉਦੋਂ ਹੀ ਹਕੂਮਤ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕਰੇਗੀ। ਟਰਕੀ ਨਾਲੋਂ ਵੀ ਬਹੁਤਾ ਖਤਰਾ ਅੰਗਰੇਜ਼ਾਂ ਨੂੰ ਜਰਮਨੀ ਪਾਸੋਂ ਸੀ, ਜਿਹੜਾ ਇੱਕ ਪਾਸੇ ਤਾਂ ਲੜਾਈ ਦੇ ਮੈਦਾਨ ਵਿੱਚ ਇਤਿਹਾਦੀ ਫੌਜਾਂ ਖਾਸ ਕਰਕੇ ਅੰਗਰੇਜ਼ਾਂ ਦੀਆਂ ਫੌਜਾਂ ਦਾ ਮਲੀਆ ਮੇਟ ਕਰੀ ਜਾ ਰਿਹਾ ਸੀ, ਦੂਜੇ ਪਾਸੇ ਹਿੰਦ ਦੇ ਇਨਕਲਾਬੀਆਂ ਨੂੰ ਅਸਲੇ ਦੀ ਸਪਲਾਈ ਕਰ ਰਿਹਾ ਸੀ, ਭਾਵੇਂ ਉਹ ਰਸਤੇ ਵਿੱਚ ਹੀ ਰੋਕ ਲਈ ਜਾਂਦੀ ਸੀ। ਇਹਨਾਂ ਹਾਲਾਤ ਦੇ ਹੁੰਦਿਆਂ ਅੰਗਰੇਜ਼ਾਂ ਲਈ ਲਾਮਬੰਦੀ ਜਾਂ ਫੌਜੀ ਤਾਕਤ ਦੀ ਵਰਤੋਂ ਨਾਲ ਗਦਰ ਅੰਦੋਲਨ ਨੂੰ ਕੁਚਲਣਾ ਨਾ ਤਾਂ ਸੰਭਵ ਸੀ, ਨਾ ਹੀ ਖਤਰਿਆਂ ਤੋਂ ਖਾਲੀ। ਐਸਾ ਕਰਨ ਨਾਲ ਸਾਰੇ ਦੇਸ਼ ਵਿੱਚ 1857 ਵਰਗੀ ਹਾਲਤ ਦਾ ਪੈਦਾ ਹੋ ਜਾਣਾ ਸੰਭਵ ਸੀ ਤੇ ਇਹ ਕੋਈ ਵੱਡੀ ਗੱਲ ਨਹੀਂ ਸੀ ਜੇ ਦੂਸਰੇ ਕਈ ਦੇਸ਼ ਵੀ ਇਨਕਲਾਬੀਆਂ ਨਾਲ ਆ ਰਲਦੇ। ਸੋ ਇਹਨਾਂ ਭਾਵੀ ਖਤਰਿਆਂ ਨੂੰ ਮਹਿਸੂਸ ਕਰਦਿਆਂ ਅੰਗਰੇਜ਼ ਨੀਤੀਵਾਨਾਂ ਨੇ ਇੱਕ ਐਸਾ ਢੰਗ ਸੋਚ ਕੱਢਿਆ ਜਿਸ ਦੀ ਮਦਦ ਨਾਲ ਸੱਪ ਵੀ ਮਰ ਜਾਏ ਤੇ ਲਾਠੀ ਵੀ ਬਚ ਜਾਏ, ਅਰਥਾਤ ਇੱਕ ਐਸਾ ਕਾਨੂੰਨੀ ਰੱਸਾ ਤਿਆਰ ਕਰਨਾ ਜਿਸ ਦਾ ਫੰਦਾ ਹਰ ਮੋਟੀ ਪਤਲੀ ਗਰਦਨ ਵਿੱਚ ਮੇਚੇ ਆ ਸਕੇ। ਤੇ ਰੱਸਾ ਬਹੁਤ ਛੇਤੀ ਤਿਆਰ ਕਰ ਲਿਆ ਗਿਆ ਜਿਸ ਦਾ ਕਾਨੂੰਨੀ ਨਾਂ ਸੀ ਇੰਡੀਆ ਸੇਫਟੀ ਐਕਟ, ਜਿਸ ਦੀ ਰੂਹ ਨਾਲ ਕਿਸੇ ਵੀ ਦੇਸੀ ਆਦਮੀ ਨੂੰ ਜਿਸ ਉੱਤੇ ਮਾਮੂਲੀ ਜਿਹਾ ਵੀ ਸ਼ੱਕ ਹੋਵੇ ਬਿਨਾਂ ਵਾਰੰਟ ਤੋਂ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਮੁਕੱਦਮੇ ਦੀ ਸਰਸਰੀ ਕਾਰਵਾਈ ਤੇ ਕਿਸੇ ਪੁਲਸੀਏ ਜਾਂ ਕਿਸੇ ਝੋਲੀ ਚੁੱਕਦੀ ਝੂਠੀ ਸੱਚੀ ਗਵਾਹੀ ਦੇ ਆਧਾਰ ਤੇ ਮੁਲਜ਼ਮ ਨੂੰ ਫਾਂਸੀ, ਉਮਰ ਕੈਦ ਜਾਂ ਜਾਇਦਾਦ ਜ਼ਬਤੀ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਫਿਰ ਇਸ ਉੱਤੇ ਵਾਧਾ ਇਹ ਸੀ ਕਿ ਅਦਾਲਤ ਦੇ ਫੈਸਲੇ ਵਿਰੁੱਧ ਕੋਈ ਅਪੀਲ ਨਹੀਂ ਸੀ ਕੀਤੀ ਜਾ ਸਕਦੀ, ਛੁੱਟ ਰਹਿਮ ਦੀ ਅਪੀਲ ਤੋਂ, ਜਿਹੜੀ ਇੰਗਲੈਂਡ ਦੇ ਬਾਦਸ਼ਾਹ ਪਾਸ ਕੀਤੀ ਜਾ ਸਕਦੀ ਸੀ। ਇਸੇ ਕਾਨੂੰਨ ਦੀ ਆੜ ਲੈ ਕੇ ਹਕੂਮਤ ਗਦਰ ਦੇ ਅੰਦੋਲਨ ਨੂੰ ਕੁਚਲਣ ਵਿੱਚ ਸਫਲ ਹੋਈ। ਪਹਿਲਾਂ 21 ਤੇ ਫਿਰ 19 ਫਰਵਰੀ ਦੀਆਂ ਸਕੀਮਾਂ ਫੇਲ ਹੋਣ ਦਾ ਅਰਥ ਸੀ ਗਦਰ ਪਾਰਟੀ ਦੀ ਰੀੜ੍ਹ ਦੀ ਹੱਡੀ ਟੁੱਟ ਜਾਣੀ। ਪਰ ਕਿਉਂ ਪੈ ਦਰ ਪੈ ਸਾਰੇ ਫਾਲ ਪੁੱਠੇ ਪੈਂਦੇ ਗਏ ਜਦਕਿ ਐਡੀ ਮਜ਼ਬੂਤੀ ਨਾਲ ਇਸ ਕੰਮ ਨੂੰ ਆਰੰਭਿਆ ਗਿਆ ਸੀ? ਇਸ ਬਾਰੇ ਵੱਖੋ-ਵੱਖ ਸਿਆਣਿਆਂ ਦੀਆਂ ਵੱਖੋ-ਵੱਖ ਰਾਵਾਂ ਸਨ, ਜਿਨ੍ਹਾਂ ਬਾਰੇ ਥੋੜਾ ਬਹੁਤਾ ਜਾਣਨਾ ਸਾਡੇ ਲਈ ਜ਼ਰੂਰੀ ਹੈ। ਇਸ ਬਾਰੇ ਸਤਿੰਦਰਨਾਥ ਸਾਨਿਆਲ ਦੀ ਰਾਏ ਇਸ ਲਈ ਜ਼ਿਆਦਾ ਵਜ਼ਨਦਾਰ ਖਿਆਲ ਕੀਤੀ ਜਾਂਦੀ ਹੈ। ਇੱਕ ਤਾਂ ਉਹ ਬੰਗਾਲ ਦਾ ਹੰਢਿਆ ਵਰਤਿਆ ਇਨਕਲਾਬੀ ਸੀ, ਦੂਜਾ ਉਸਨੇ ਜਦ ਤੋਂ ਦਾਦਾ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਕਾਫੀ ਹੱਦ ਤੱਕ ਇਸ ਅੰਦੋਲਨ ਲਈ ਕੰਮ ਕੀਤਾ। ਉਸ ਦੀ ਰਾਏ ਵਿੱਚ ਪੰਜਾਬੀਆਂ ਦੇ ਗਦਰ ਸੰਗਰਾਮ ਵਿੱਚ ਕਈ ਤਰੁੱਟੀਆਂ ਸਨ ਜਿਹੜੀਆਂ ਕਿ ਇਸ ਦੀ ਨਾਕਾਮੀ ਦਾ ਕਾਰਨ ਸਾਬਤ ਹੋਈਆਂ। ਪੰਜਾਬ ਪੁਲਿਸ ਦੇ ਆਲਾ ਅਫਸਰ ਜਿਹੜੇ ਗਦਰ ਪਾਰਟੀ ਦੀ ਤਫਤੀਸ਼ ਨਾਲ ਸੰਬੰਧਿਤ ਸਨ, ਉਹਨਾਂ ਦੇ ਵਿਚਾਰ ਇਸ ਬਾਰੇ ਇਹ ਸਨ: ਜਥੇਬੰਦੀ ਦੀ ਕਮਜ਼ੋਰੀ, ਘਟੀਆ ਕਿਸਮ ਦੀ ਅਗਵਾਈ, ਭੇਦ ਨਾ ਰੱਖ ਸਕਣ ਦੀ ਫਿਤਰਤ ਤੇ ਮਿੱਥੇ ਹੋਏ ਨਿਸ਼ਾਨੇ ਤੇ ਪੁੱਜਣ ਵਿੱਚ ਬੇਧਿਆਨੀ। ਇਸ ਕਿਸਮ ਦੀਆਂ ਗੱਲਾਂ ਨੇ ਬਾਗੀਆਂ ਨੂੰ ਫੇਲ ਕਰਾਉਣ ਵਿੱਚ ਅਹਿਮ ਪਾਰਟ ਅਦਾ ਕੀਤਾ। ਇੱਕ ਤੋਂ ਜ਼ਿਆਦਾ ਵੇਰਾਂ ਤਾਂ ਐਸਾ ਹੋਇਆ ਕਿ ਬਾਗੀਆਂ ਦੇ ਇਰਾਦੇ ਪੂਰੇ ਹੋਣ ਵਿੱਚ ਮਾੜੀ ਜਿਹੀ ਕਸਰ ਰਹਿ ਗਈ ਸੀ। ਪੁਸਤਕ ਗਦਰ ਪਾਰਟੀ ਦਾ ਇਤਿਹਾਸ ਵਿੱਚ ਇਸ ਬਾਰੇ ਜੋ ਵਿਚਾਰ ਪ੍ਰਗਟ ਕੀਤੇ ਗਏ ਹਨ, ਉਹਨਾਂ ਵਿੱਚ ਕਾਫੀ ਸਚਾਈ ਜਾਪਦੀ ਹੈ। ਇਨਕਲਾਬੀ ਸ਼ਕਤੀ ਦਾ ਸੋਮਾ ਆਮ ਜਨਤਾ ਹੁੰਦੀ ਹੈ, ਪਰ ਹਿੰਦੀ ਜਨਤਾ ਉਦੋਂ ਰਾਜਸੀ ਚੇਤਨਤਾ ਤੋਂ ਲਗਭਗ ਸੱਖਣੀ ਸੀ।
ਪੇਂਡੂ ਜਨਤਾ ਵਿੱਚ ਰਜਵਾੜਿਆਂ, ਜਾਗੀਰਦਾਰਾਂ ਤੇ ਉਹਨਾਂ ਦੇ ਏਜੰਟਾਂ ਦਾ ਅਸਰ ਰਸੂਖ ਜ਼ਿਆਦਾ ਸੀ, ਜਿਨ੍ਹਾਂ ਨੂੰ ਸਨ 57 ਦੇ ਗਦਰ ਤੋਂ ਸਬਕ ਸਿੱਖ ਕੇ ਅੰਗਰੇਜ਼ੀ ਹਕੂਮਤ ਨੇ ਆਪਣੇ ਨਾਲ ਇਸ ਤਰ੍ਹਾਂ ਗੰਢ ਲਿਆ ਸੀ ਕਿ ਉਹਨਾਂ ਦੇ ਹਿੱਤ ਅੰਗਰੇਜ਼ੀ ਸਰਕਾਰ ਨੂੰ ਕਾਇਮ ਰੱਖਣ ਨਾਲ ਮੇਲ ਖਾਣ ਲੱਗ ਪਏ ਸਨ। ਪਰ ਇਸ ਦੇ ਨਾਲ-ਨਾਲ ਅੰਗਰੇਜ਼ੀ ਰਾਜ ਦੇ ਵਿਰੁੱਧ ਗੁੱਜੀ ਮੁਖਾਲਫਤ ਵੀ ਜ਼ਰੂਰੀ ਸੀ, ਜੋ ਕਿ ਇੱਕ ਵਿਦੇਸ਼ੀ ਹਕੂਮਤ ਦੇ ਵਿਰੁੱਧ ਹੋਣੀ ਸੁਭਾਵਿਕ ਸੀ। ਆਮ ਤੌਰ ਤੇ ਭਾਰਤ ਦੀ ਜਨਤਾ ਇੱਕ ਘੂਕ ਸੁੱਤੇ ਹੋਏ ਸ਼ਕਤੀਵਾਨ ਦਿਓ ਵਰਗੀ ਸੀ, ਜਿਸ ਦੀ ਸ਼ਕਤੀ ਬਾਰੇ ਕੁਝ ਪਤਾ ਨਹੀਂ ਸੀ ਕਿ ਕਿਸ ਬੰਨੇ ਵਰਤ ਲਈ ਜਾਵੇ। ਇੱਕ ਵਾਰ ਗਦਰ ਮਚ ਪੈਣ ਨਾਲ ਬਹੁਤ ਸੰਭਾਵਨਾ ਸੀ ਕਿ ਜਨਤਾ ਦੀਆਂ ਅੱਖਾਂ ਇਸ ਹਲੂਣੇ ਨਾਲ ਇੱਕਦਮ ਉਖੜ ਕੇ ਅਤੇ ਉਸ ਦੀ ਸੁੱਤੀ ਹੋਈ ਇਨਕਲਾਬੀ ਸ਼ਕਤੀ ਜਾਗ ਕੇ ਅੰਦੋਲਨ ਨੂੰ ਸਰਲ ਬਣਾ ਦੇਵੇ। ਪਰ ਰਾਜਸੀ ਜਾਗਰਤ ਤੋਂ ਕੋਰੀ ਜਨਤਾ ਨੂੰ ਵਰਗਲਾ ਕੇ ਇਨਕਲਾਬੀਆਂ ਦੇ ਵਿਰੁੱਧ ਵਰਤਣਾ ਉਸ ਵੇਲੇ ਬਹੁਤ ਸੌਖਾ ਸੀ। ਇਸ ਉੱਤੇ ਕਠਿਨਾਈ ਇਹ ਸੀ ਕਿ ਇਨਕਲਾਬੀਆਂ ਦਾ ਜਿਹੜੇ ਸਾਰੇ ਹੀ ਵਿਦੇਸ਼ਾਂ ਤੋਂ ਆਏ ਸਨ, ਜਨਤਾ ਨਾਲ ਬਹੁਤ ਥੋੜਾ ਮੇਲਜੋਲ ਵੀ ਪੈਦਾ ਨਾ ਹੋ ਸਕਿਆ। ਪਰ ਹਕੂਮਤ ਤੇ ਉਸ ਦੇ ਏਜੰਟਾਂ ਦਾ ਸਬੰਧ ਜਨਤਾ ਨਾਲ ਬਹੁਤ ਪੁਰਾਣਾ ਸੀ, ਸੋ ਸਰਕਾਰੀ ਪੱਲੜਾ ਭਾਰੀ ਹੋ ਗਿਆ। ਅੰਗਰੇਜ਼ਾਂ ਤੇ ਉਹਨਾਂ ਦੇ ਚਤਰ ਏਜੰਟਾਂ ਨੇ ਇਨਕਲਾਬੀਆਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਡਾਕੂ ਪ੍ਰਗਟ ਕਰਕੇ ਉਹਨਾਂ ਦੀ ਹੀ ਮਦਦ ਨਾਲ ਇਨਕਲਾਬੀਆਂ ਨੂੰ ਗ੍ਰਿਫਤਾਰ ਕੀਤਾ। ਇੱਥੋਂ ਤੱਕ ਕਿ ਅੰਗਰੇਜ਼ੀ ਹਕੂਮਤ ਟਵਾਣੇ ਤੇ ਕਦਲਬਾਸ਼ ਖਾਨਦਾਨਾਂ ਦੇ ਜਾਗੀਰਦਾਰ ਅਨਸਰ ਦੀ ਮਦਦ ਨਾਲ ਹਿੰਦ ਦੀ ਮੁਸਲਮਾਨ ਜਨਤਾ ਵਿੱਚ ਉਸ ਇਸਲਾਮੀ ਹਮਾਇਤੇ ਜਜ਼ਬੇ ਨੂੰ ਵੀ ਸਵਾਈ ਰੱਖਣ ਵਿੱਚ ਕਾਮਯਾਬ ਰਹੀ, ਜਿਹੜਾ ਤੁਰਕੀ ਬਾਰੇ ਉਹਨਾਂ ਅੰਦਰ ਪੈਦਾ ਹੋ ਚੁੱਕਾ ਸੀ। ਦੂਸਰੀਆਂ ਧਾਰਮਿਕ ਤੇ ਫਿਰਕੂ ਸੰਸਥਾਵਾਂ ਵੀ ਅੰਗਰੇਜ਼ੀ ਹਕੂਮਤ ਦੀ ਮਦਦ ਤੇ ਉਤਰ ਆਈਆਂ ਸਨ। ਇੱਥੋਂ ਤੱਕ ਕਿ ਧਰਮ ਮੰਦਰਾਂ ਵਿੱਚ ਅੰਗਰੇਜ਼ੀ ਹਕੂਮਤ ਦੀ ਉਮਰ ਦਰਾਜ਼ੀ ਦੀਆਂ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ। ਗਦਰ ਪਾਰਟੀ ਦਾ ਇਤਿਹਾਸ ਸਫਾ 593। ਇੱਥੋਂ ਤੱਕ ਕਿ ਦੇਸ਼ ਦੇ ਉੱਘੇ ਲੀਡਰ ਗੋਖਲੇ ਵਰਗੇ ਵੀ ਅੰਗਰੇਜ਼ ਸਰਕਾਰ ਦੀ ਲੋੜ ਦਾ ਦਮ ਭਰਦੇ ਸਨ, ਜਿਸ ਬਾਰੇ ਹਿੰਦ ਦੇ ਵਾਇਸਰਾਏ ਲਾਰਡ ਰੇਡਿੰਗ ਨੇ ਖੁੱਲੇ ਸ਼ਬਦਾਂ ਵਿੱਚ ਇਹਤਰਾਫ ਕੀਤਾ। ਗਦਰ ਪਾਰਟੀ ਦੇ ਆਗੂ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਚਲਾਇਆ, ਉਹਨਾਂ ਬਾਰੇ ਗਦਰ ਪਾਰਟੀ ਦਾ ਇਤਿਹਾਸ ਸਫਾ 608 ਤੇ ਦਰਜ ਹੈ। ਪਾਰਟੀ ਦੇ ਆਗੂ ਇਸ ਲਹਿਰ ਦੇ ਫੇਲ ਹੋ ਜਾਣ ਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਕੀਤੇ ਜਾ ਸਕਦੇ। ਹਿੰਦ ਵਿੱਚ ਇਨਕਲਾਬੀਆਂ ਦੇ ਦਾਖਲ ਹੋਣ ਬਾਰੇ ਮੌਕਿਆਂ ਦਾ ਜਾਇਜ਼ਾ ਲਏ ਬਗੈਰ ਤੇ ਅਸਲਾ ਤੇ ਰੁਪਇਆ ਪਹੁੰਚਾਉਣ ਦੇ ਸਾਧਨ ਨਿਸ਼ਚਿਤ ਕੀਤੇ ਬਿਨਾਂ ਕਿਉਂ ਉਹਨਾਂ ਨੇ ਗਦਰ ਇਨਕਲਾਬੀਆਂ ਦੇ ਜਥੇ, ਜਿਨ੍ਹਾਂ ਵਿੱਚ ਪਾਰਟੀ ਦੇ ਸਿਰਕ ਦਾ ਆਗੂ ਆਪ ਵੀ ਸ਼ਾਮਲ ਸਨ, ਦੇਸ਼ ਵੱਲ ਠੇਲ ਦਿੱਤੇ? ਜਾਂ ਤਾਂ ਪਾਰਟੀ ਦੇ ਆਗੂ ਖੁਦ ਪੰਜਾਬੀ ਕਿਸਾਨਾਂ ਦੇ ਅਣਸਾਦੇ ਸੁਭਾਅ ਅਨੁਸਾਰ ਕੰਮ ਕਰ ਰਹੇ ਸਨ, ਜਾਂ ਉਹ ਆਪਣੇ ਸਾਥੀਆਂ ਦੇ ਉਭਾਰ ਉੱਤੇ ਕਾਬੂ ਪਾ ਕੇ ਇਸ ਨੂੰ ਵਿਉਂਤ ਨਾਲ ਨਾ ਚਲਾ ਸਕੇ। ਕਾਰਨ ਕੁਝ ਵੀ ਹੋਣ ਤੇ ਨਾਕਾਮੀ ਦੀ ਜ਼ਿੰਮੇਵਾਰੀ ਕਿਸੇ ਦੇ ਵੀ ਸਿਰ ਹੋਵੇ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਦਰ ਪਾਰਟੀ ਦੇ ਵਰਕਰਾਂ ਅੰਦਰ ਵਤਨ ਨੂੰ ਆਜ਼ਾਦ ਵੇਖਣ ਦੀ ਤੜਪ ਉਦੋਂ ਵੀ ਜਿਉਂ ਦੀ ਤਿਉਂ ਹੀ ਪਾਈ ਜਾਂਦੀ ਸੀ ਜਦੋਂ ਅੰਗਰੇਜ਼ੀ ਸਾਮਰਾਜ ਨੇ ਪਾਰਟੀ ਦੀ ਘੰਡੀ ਤੱਕ ਮਰੋੜ ਕੇ ਰੱਖ ਦਿੱਤੀ ਸੀ।